ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 25 ਦਸੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਇਹਦੇ ਨਾਲ ਨਾਲ ਬੜਾ ਜ਼ਰੂਰੀ ਪੈਗਾਮ, ਜਿੱਥੇ ਜਿੱਥੇ ਵੀ ਪੂਰੀ ਦੁਨੀਆ 'ਚ ਲੋਕੀ ਕ੍ਰਿਸਮਸ ਮਨਾ ਰਹੇ ਨੇ, ਉਹਨਾਂ ਸਾਰਿਆਂ ਨੂੰ ਕ੍ਰਿਸਮਸ ਦੀ ਬੜੀ ਬੜੀ ਮੁਬਾਰਕ ਹੋਵੇ। ਹੁਣ ਚੱਲਦੇ ਅੱਜ ਦੀ ਪਹਿਲੀ ਖਬਰ ਵਾਲੇ ਪਾਸੇ। ਅੱਜ ਦੀ ਪਹਿਲੀ ਖਬਰ ਫੇਰ ਤੁਹਾਡੇ ਸਾਹਮਣੇ ਅਮਰੀਕਾ ਤੋਂ ਹੀ ਰੱਖਣਾ, ਕਿਉਂਕਿ ਉੱਥੇ ਰਿਚਰਡ ਗ੍ਰੈਨਲ ਦਾ ਖੜਾਕ, ਅਸੀਂ ਮਾਜੂ ਦਾ ਖੜਾਕ ਅਤੇ ਅਸੀਂ ਜੱਟ ਦਾ ਖੜਾਕ ਅਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਫਿਲਮਾਂ ਵੇਖੀਆਂ ਸਨ, ਪਰ ਇਹ ਜਿਹੜਾ ਨਵਾਂ ਕੰਮ ਸ਼ੁਰੂ ਹੋਇਆ ਰਿਚਰਡ ਗ੍ਰੈਨਲ ਦਾ ਜਿਹੜਾ ਖੜਾਕ ਹੈ, ਇਹ ਮੁੱਕਣ 'ਤੇ ਨਹੀਂ ਆਉਂਦਾ ਅਤੇ ਰੋਜ਼ ਗੰਡਾਸਾ ਜਿਹੜਾ ਉਹ ਰਿਚਰਡ ਗ੍ਰੈਨਲ ਸਾਹਿਬ ਨੇ ਮੋਢੇ 'ਤੇ ਰੱਖਿਆ। ਜਿਹੜਾ ਨਵਾਂ ਕੰਮ ਉਹਨਾਂ ਕੀਤਾ ਹੈ ਉਹ ਇਹ ਕੀਤਾ ਹੈ ਕਿ ਉਹਨਾਂ ਹੁਣ ਟਵੀਟ ਕਰ ਛੱਡਿਆ ਹਕੀਕੀ ਆਜ਼ਾਦੀ। ਹੁਣ ਇਹ ਵੇਖ ਲਓ ਕਿ ਪਾਕਿਸਤਾਨੀਆਂ ਨੇ ਰਿਚਰਡ ਗ੍ਰੈਨਲ ਨੂੰ 2 ਹਫ਼ਤਿਆਂ ਦੇ ਵਿੱਚ, 1.5 ਹਫ਼ਤੇ 'ਚ ਹੀ ਉਹਨਾਂ ਉਰਦੂ ਵੀ ਸਿਖਾ ਦਿੱਤੀ। ਉਹਨਾਂ ਨੇ ਇਮਰਾਨ ਖਾਨ ਦਾ ਜਿਹੜਾ ਨਾਅਰਾ ਹੈ ਹਕੀਕੀ ਆਜ਼ਾਦੀ, ਉਹ ਉਹਨਾਂ ਨੇ ਹੁਣ ਟਵੀਟ ਕਰ ਛੱਡਿਆ ਅਤੇ ਨਾਲ ਨਾਲ ਇੰਨਾ ਹੀ ਨਹੀਂ ਕੀਤਾ, ਉਹਨਾਂ ਨੇ ਇੱਕ TV ਚੈਨਲ ਨੂੰ ਇੰਟਰਵਿਊ ਦਿੱਤਾ ਅਤੇ ਉਸ TV ਚੈਨਲ ਦੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਖੋਲ੍ਹ ਕੇ ਰੱਖ ਦਿੱਤੀਆਂ ਨੇ। ਉਹਨਾਂ ਆਖਿਆ ਕਿ ਮੈਂ ਉਹਨਾਂ ਕੋਲੋਂ ਸਵਾਲ ਪੁੱਛਿਆ ਕਿ ਇਹ ਤੁਸੀਂ ਕਿਉਂ ਪੰਗੇ ਲੈਂਦੇ ਹੋ, ਪਾਕਿਸਤਾਨ ਦੇ ਮਾਮਲੇ 'ਚ ਏਡਾ ਗਾਂਹ ਕਿਉਂ ਚਲੇ ਗਏ ਹੋ, ਕਿਉਂ ਟਵੀਟ ਕਰਦੇ ਹੋ ਪਾਕਿਸਤਾਨ ਦੇ ਮਾਮਲੇ 'ਚ ਇੰਨਾ ਗਾਂਹ ਹੋ ਕੇ, ਤੁਸੀਂ ਇਮਰਾਨ ਖਾਨ ਨੂੰ ਏਡੀ ਸਪੋਰਟ ਕਿਉਂ ਕਰਦੇ ਹੋ, ਤੁਹਾਡਾ ਕੀ ਲੈਣ ਦੇਣ ਹੈ। ਉਹਦਾ ਉਹਨਾਂ ਜਵਾਬ ਇਹ ਦਿੱਤਾ ਹੈ ਕਿ ਮੈਂ ਇਮਰਾਨ ਖਾਨ ਨੂੰ ਸਪੋਰਟ ਇਸ ਲਈ ਕਰਦਾ ਕਿ ਇੱਕ ਤਾਂ ਉਹਦੇ ਨਾਲ ਧੱਕਾ ਹੋਇਆ, ਉਹਦੇ ਨਾਲ ਬਿਲਕੁਲ ਕੇਸ ਉਸੇ ਤਰੀਕੇ ਦੇ ਬਣੇ ਨੇ ਜਿਸ ਤਰ੍ਹਾਂ ਦੇ ਕੇਸਿਸ ਇੱਥੇ ਸਦਰ ਟਰੰਪ ਦੇ ਉੱਤੇ ਅਮਰੀਕਾ ਦੀ ਇਸਟੈਬਲਿਸ਼ਮੈਂਟ ਨੇ ਬਣਾਏ ਸੀ। ਉਹਨੇ ਕਿਹਾ ਜਿਸ ਤਰ੍ਹਾਂ ਸਦਰ ਟਰੰਪ ਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸੇ ਤਰ੍ਹਾਂ ਸਾਰੇ ਝੂਠੇ ਕੇਸ ਬਣਾ ਕੇ ਇਮਰਾਨ ਖਾਨ ਨੂੰ ਦਫ਼ਤਰ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ, ਪ੍ਰਾਈਮ ਮਿਨਿਸਟਰ ਤੋਂ। ਉਹਨਾਂ ਕਿਹਾ ਮੈਂ ਇਹ ਚਾਹੁੰਦਾ ਕਿ ਇਮਰਾਨ ਖਾਨ ਨੂੰ ਇਲੈਕਸ਼ਨ ਲੜਨ ਦਿੱਤਾ ਜਾਵੇ ਅਤੇ ਇਮਰਾਨ ਖਾਨ ਦਾ ਫੈਸਲਾ ਉੱਥੋਂ ਦੀ ਆਵਾਮ ਕਰੇ ਕਿ ਉਹਨਾਂ ਨੇ ਇਮਰਾਨ ਖਾਨ ਨੂੰ ਵਜ਼ੀਰ ਆਜ਼ਮ ਬਣਾਉਣਾ ਹੈ ਜਾਂ ਨਹੀਂ ਬਣਾਉਣਾ, ਇਹ ਉਹਨਾਂ ਦਾ ਕੰਮ ਹੈ। ਇਹ ਜੋ ਕੁਝ ਉੱਥੋਂ ਦੀ ਫੌਜੀ ਇਸਟੈਬਲਿਸ਼ਮੈਂਟ ਕਰ ਰਹੀ ਹੈ, ਇਹ ਦਰੁਸਤ ਨਹੀਂ ਕਰ ਰਹੀ। ਅੱਛਾ ਜੀ, ਇੱਕ ਤਾਂ ਇਹ ਗੱਲ ਹੋ ਗਈ। ਉਸ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਬੜੀ ਅਹਿਮ ਹੈ ਉਹ ਇਹ ਹੈ ਕਿ ਉਹਨਾਂ ਨੇ ਇੰਟਰਵਿਊ 'ਚ ਇਹ ਵੀ ਆਖਿਆ ਕਿ ਜਿਸ ਵੇਲੇ ਟਰੰਪ ਸਦਰ ਸੀ ਅਤੇ ਦੂਸਰੇ ਪਾਸੇ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਸੀ, ਅਤੇ ਅਮਰੀਕਾ ਦੇ ਅਤੇ ਪਾਕਿਸਤਾਨ ਦੇ ਜਿਹੜੇ ਤਾਲੁਕਾਤ ਸਨ, ਰਿਸ਼ਤੇ ਸਨ, ਉਹ ਬੜੇ ਚੰਗੇ ਸਨ, ਬੜੇ ਰਿਸਪੈਕਟਫੁਲ ਸਨ ਔਰ ਇੱਕ ਦੂਜੇ ਦੀ ਇੱਜ਼ਤ ਕਰਨ ਵਾਲੇ ਸਨ। ਹੁਣ ਤੁਹਾਨੂੰ ਪਤਾ ਹੈ ਵੀ ਸਾਡੇ ਤਾਂ ਰਿਵਾਜ ਇਹੀ ਹੈ ਵੀ ਅਮਰੀਕਾ ਦੇ ਸਾਹਮਣੇ ਲੰਮੇ ਪੈ ਜਾਓ। ਸਾਡੇ ਸਾਰੇ 1956 ਤੋਂ ਲੈ ਕੇ ਹੁਣ ਵਾਲੇ ਜਿਹੜੇ ਨੇ ਉਹ ਮਿਊਚੁਅਲ ਰਿਸਪੈਕਟ, ਇੰਟੈਗਰਿਟੀ, ਇਹਨਾਂ ਗੱਲਾਂ ਦੇ ਉੱਤੇ ਨਾ ਯਕੀਨ ਰੱਖਦੇ ਨੇ, ਨਾ ਰੱਖਣਾ ਚਾਹੁੰਦੇ ਨੇ। ਲੇਕਿਨ ਇਹ ਤੁਸੀਂ ਆਪ ਵੇਖ ਲਓ ਕਿ ਇਹ ਹੁਣ ਕਹਿ ਰਹੇ ਨੇ, ਇਹ ਜਿਹੜੇ ਰਿਚਰਡ ਗ੍ਰੈਨਲ ਨੇ, ਇਹ ਅਸੀਂ ਨਹੀਂ ਕਹਿ ਰਹੇ, ਉਹ ਕਹਿ ਰਹੇ ਨੇ ਕਿ ਅਮਰੀਕਾ ਔਰ ਪਾਕਿਸਤਾਨ ਦੇ ਰਿਸ਼ਤੇ ਜਿਹੜੇ ਨੇ ਉਹ ਬਾਹਮੀ ਇੱਜ਼ਤ ਦੇ ਉੱਤੇ ਮਬਨੀ ਸਨ, ਸੱਚ ਦੇ ਉੱਤੇ ਮਬਨੀ ਸਨ, ਇਮਾਨਦਾਰੀ ਦੇ ਉੱਤੇ ਮਬਨੀ ਸਨ। ਉਹਨਾਂ TV ਆਪਣੇ ਇੰਟਰਵਿਊ 'ਚ ਤੇ ਆਖਿਆ, ਮੈਂ ਇੱਕ ਟਵੀਟ ਕੀਤਾ, ਉਹਦੇ 'ਚ ਵੀ ਮੈਂ ਸਾਰੀਆਂ ਗੱਲਾਂ ਲਿਖੀਆਂ, ਫਰੈਂਡਲੀ, ਕੋਰਡੀਅਲ, ਓਨੈਸਟ, ਮਿਊਚੁਅਲ ਰਿਸਪੈਕਟ, ਇੰਟੈਗਰਿਟੀ, ਅਤੇ ਉਹਨਾਂ ਨੇ ਉਸੇ ਵੇਲੇ ਉਸ ਟਵੀਟ ਨੂੰ ਰੀਟਵੀਟ ਕੀਤਾ। ਇਹ ਹੁਣ ਸਿਰਫ ਇੱਥੇ ਹੀ ਗੱਲ ਨਹੀਂ ਮੁੱਕਦੀ। ਰਿਚਰਡ ਗ੍ਰੈਨਲ ਬੜਾ ਅਹਿਮ ਆਦਮੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਦੇ ਨਾਲ ਨਾਲ ਜਿਹੜਾ ਮਾਰਕੋ ਰੂਬੀਓ, ਜਿਹੜਾ ਟਰੰਪ ਦਾ ਵਜ਼ੀਰ ਖਾਰਜਾ ਹੈ, ਅਮਰੀਕਾ 'ਚ ਉਹਨੂੰ ਸੈਕਟਰੀ ਆਫ ਸਟੇਟ ਕਹਿੰਦੇ ਨੇ, ਔਰ ਉਹਦਾ ਜਿਹੜਾ ਸਦਰ ਤੋਂ ਬਾਅਦ ਸਭ ਤੋਂ ਜ਼ਿਆਦਾ ਅਹਿਮ ਅਹੁਦਾ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਸੈਕਟਰੀ ਆਫ ਸਟੇਟ ਦਾ ਹੁੰਦਾ ਹੈ। ਤੁਹਾਨੂੰ ਚੇਤਾ ਰਵੇ ਕਿ ਇਸ ਤੋਂ ਪਹਿਲਾਂ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਵੀ ਰਹੀ ਹੈ ਓਬਾਮਾ ਦੇ ਜ਼ਮਾਨੇ ਦੇ ਵਿੱਚ। ਬਹਰਹਾਲ ਵਾਪਸ ਆਉਣੇ ਇਸ ਗੱਲ ਦੇ ਉੱਤੇ ਕਿ ਜਿਹੜਾ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਹੈ, ਉਹਦੀ ਆਪਣੀ ਇਹ ਪਾਲਿਸੀ ਹੈ ਕਿ ਇਹ ਜਿਹੜੀ ਰਜੀਮ ਚੇਂਜ, ਜਿਵੇਂ ਜਨਰਲ ਬਾਜਵਾ ਨੇ ਉਸ ਵੇਲੇ ਬਾਈਡਨ ਐਡਮਿਨਿਸਟ੍ਰੇਸ਼ਨ ਨਾਲ ਰਲ ਕੇ ਅਤੇ ਪਾਕਿਸਤਾਨ ਦੇ ਵਿੱਚ ਰਜੀਮ ਚੇਂਜ ਕਰਵਾਈ, ਉਹਦੀ ਆਪਣੀ ਇਹ ਪਾਲਿਸੀ ਹੈ ਕਿ ਰਜੀਮ ਚੇਂਜ ਜਿਹੜੀ ਉਹਨੂੰ ਅਮਰੀਕਾ ਨੇ ਸਪੋਰਟ ਨਹੀਂ ਕਰਨੀ, ਕਿਉਂਕਿ ਜਦੋਂ ਅਸੀਂ ਰਜੀਮ ਚੇਂਜ ਕਰਵਾਉਂਦੇ ਹਾਂ ਅਤੇ ਉੱਥੋਂ ਵਾਲਾ ਜਿਹੜਾ ਡਿਕਟੇਟਰ ਹੁੰਦਾ ਉਹ ਆਵਾਮ ਦੇ ਉੱਤੇ ਜ਼ੁਲਮ ਕਰਦਾ। ਆਵਾਮ ਸਮਝਦੀ ਹੈ ਕਿ ਅਮਰੀਕਾ ਦੀ ਸਪੋਰਟ ਨਾਲ ਕਰ ਰਿਹਾ, ਇਸ ਲਈ ਆਵਾਮ ਅਮਰੀਕਾ ਨਾਲ ਨਫ਼ਰਤ ਕਰਦੀ ਹੈ ਅਤੇ ਲੰਮੇ ਅਰਸੇ ਦੇ ਵਿੱਚ ਅਮਰੀਕਾ ਨੂੰ ਇਸ ਗੱਲ ਦਾ ਨੁਕਸਾਨ ਹੁੰਦਾ, ਫਾਇਦਾ ਨਹੀਂ ਹੁੰਦਾ, ਇਸ ਲਈ ਅਸੀਂ ਰਜੀਮ ਚੇਂਜ ਨਹੀਂ ਕਰਨੀ। ਇਹ ਮਾਰਕੋ ਰੂਬੀਓ ਦੀ ਅੰਡਰਸਟੈਂਡਿੰਗ ਹੈ, ਜਿਹੜੀ ਕਿ ਕਰੈਕਟ ਅੰਡਰਸਟੈਂਡਿੰਗ। ਇਹ ਹੀ ਤੁਲਸੀ ਗੈਬਰਟ ਦੀ ਹੈ, ਜਿਹੜੀ ਹੁਣ ਹੋਮਲੈਂਡ ਸਿਕਿਉਰਿਟੀ ਦੀ ਇੰਚਾਰਜ ਬਣ ਕੇ ਆ ਰਹੀ ਹੈ। ਅਤੇ ਇਸ ਵੇਲੇ ਜਿਹੜੇ ਅਹਿਮ ਬੰਦੇ ਬਹਿਣ ਜਾ ਰਹੇ ਨੇ ਟਰੰਪ ਕਬੀਨਾ ਦੇ ਵਿੱਚ ਜਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹ ਸਾਰੇ ਇਸ ਰਜੀਮ ਚੇਂਜ ਦੇ ਖਿਲਾਫ ਨੇ। ਅਤੇ ਇੱਥੋਂ ਤੁਸੀਂ ਆਪੇ ਹੀ ਹਿਸਾਬ ਲਾ ਲਓ ਕਿ ਇਹ ਜਿਹੜਾ ਚੌਧਰੀ ਸਾਹਿਬ ਨੇ, ਇਹ ਕਿਉਂ ਐਡੇ ਉਤਾਵਲੇ ਹੋਏ ਨੇ ਇਸ ਵੇਲੇ। ਤੁਹਾਨੂੰ ਪਤਾ ਮੁਜ਼ਾਕਰਾਤ ਅਤੇ ਇੱਧਰ ਅਤੇ ਉੱਧਰ, ਇਹ ਸਾਰਾ ਉਹ ਪ੍ਰੈਸ਼ਰ ਹੈ ਜਿਹਦੀ ਵਜ੍ਹਾ ਤੋਂ ਇਹ ਹੁਣ ਆਖਰੀ ਲਮਿਆਂ 'ਤੇ PTI ਦੇ ਅੰਦਰੋਂ ਬਾਹਰੋਂ ਲੋਕਾਂ ਨੂੰ ਇਸਤੇਮਾਲ ਕਰਕੇ ਇਹ ਚਾਹੁੰਦੇ ਨੇ ਕਿ ਮੁਜ਼ਾਕਰਾਤ ਦੇ ਨਾਂ 'ਤੇ ਇਮਰਾਨ ਖਾਨ ਕਿਸ ਤਰ੍ਹਾਂ ਮੰਨ ਜਾਏ ਅਤੇ ਬਣੀ ਗੱਲ ਘੱਲ ਦਈਏ।
ਤਾਂ ਕਿ ਇਹਨਾਂ ਨੂੰ ਇਹ ਪਤਾ ਹੈ ਕਿ ਥੋੜ੍ਹੇ ਚਿਰ ਦੇ ਵਿੱਚ ਇਮਰਾਨ ਖਾਨ ਨੂੰ ਹੁਣ ਛੱਡਣਾ ਤੇ ਪੈਣਾ ਹੀ ਹੈ, ਤੇ ਬਨੀ ਗਾਲਾ ਘੱਲੀਏ ਤਾਂ ਕਿ ਇਮਰਾਨ ਖਾਨ ਥੋੜ੍ਹਾ ਜਿਹਾ, ਮੇਰਾ ਮਤਲਬ ਥੋੜ੍ਹਾ ਜਿਹਾ ਉਹਨੂੰ ਸਿਆਸੀ ਨੁਕਸਾਨ ਹੋ ਜਾਏ, ਉੱਥੇ ਘੱਲ ਕੇ ਜੇਲੋਂ ਸਿੱਧਾ ਉਹ ਰਿਹਾ ਨਾ ਹੋਵੇ, ਬਲਕਿ ਪਹਿਲਾਂ ਉਹਨੂੰ ਬਨੀ ਗਾਲਾ ਹਾਊਸ ਅਰੈਸਟ ਕਰੀਏ ਔਰ ਮੁਜ਼ਾਕਰਾਤ ਦਾ ਨਾਂ ਦੇ ਕੇ ਉਹਨੂੰ ਛੱਡੀਏ। ਇਹ ਇਹਨਾਂ ਦੀ ਗੇਮ ਹੈ। ਵਜ੍ਹਾ ਇਹਨਾਂ ਦੀ ਇਹ ਕਿ ਜਿਹੜਾ ਉੱਤੇ ਤਵਾ ਤੱਤਾ ਹੋਣ ਡਿਆ, ਉਹਨਾਂ ਨੂੰ ਪਤਾ ਵੀ ਉੱਤੇ ਰੋਟੀ ਪੱਕ ਜਾਣੀ ਹੈ, ਤੇ ਜੇ ਰੋਟੀ ਨਾ ਵੀ ਪੱਕੀ ਤੇ ਇਹਨਾਂ ਦੀ ਛੱਲੀ ਕਿਸੇ ਨਾ ਕਿਸੇ ਨੇ ਭੁੰਨ ਦੇਣੀ ਹੈ। ਇਸ ਵਜ੍ਹਾ ਤੋਂ ਇਹਨਾਂ ਨੂੰ ਹੁਣ ਕਾਲ ਪਈ ਹੈ, ਤੇ ਸਭ ਤੋਂ ਬਹੁਤੀ ਕਾਲ ਜਿਹੜੀ ਉਹ ਚੌਧਰੀ ਨਿਜ਼ਾਮੁਦੀਨ ਨੂੰ ਪਈ ਹੈ। ਬਹਰਹਾਲ ਅਗਲੇ ਪਾਸੇ ਤੁਰਨੇ ਇਹ ਕੰਮ ਤੇ ਜਿਹੜਾ ਹੋ ਗਿਆ। ਦੂਜੇ ਪਾਸੇ ਤੁਹਾਨੂੰ ਦੱਸਨੇ ਕਿ ਬੰਦਾ ਕੁਝ ਵੀ ਕਰੇ ਝੂਠ ਨਾ ਮਾਰੇ। ਇਹ ਐਹਸਨ ਇਕਬਾਲ ਸਾਹਿਬ ਜਿਹੜੇ ਨੇ ਉਹ ਝੂਠ ਮਾਰਦੇ ਫੜੇ ਗਏ ਨੇ। ਝੂਠ ਮਾਰਦੇ ਇਸ ਤਰ੍ਹਾਂ ਫੜੇ ਗਏ ਨੇ ਕਿ ਇੱਕ ਤਾਂ ਤੁਸੀਂ ਵੇਖਿਆ ਵੀ ਇਹਨਾਂ 'ਚੋਂ ਕਿਸੇ ਨੇ ਵੀ ਰਿਚਰਡ ਗ੍ਰੈਨਲ ਨੂੰ ਜਵਾਬ ਨਹੀਂ ਦਿੱਤਾ। ਉਹਦੀ ਵਜ੍ਹਾ ਵੀ ਉਹਨੇ ਮੋਢੇ 'ਤੇ ਡੰਡਾ ਵੀ ਰੱਖਿਆ ਤੇ ਡੰਡੇ ਦੇ ਵਿੱਚ ਗੰਡਾਸਾ ਵੀ ਹੈ। ਇਹਨਾਂ ਨੇ ਇੱਕ ਵਿਚਾਰਾ ਤਾਂ ਨਹੀਂ ਕਹਿਣਾ ਚਾਹੀਦਾ, ਆਖਿਰ ਕਾਂਗਰਸਮੈਨ ਹੈ, ਉਹਦਾ ਨਾਂ ਰੋਹਿਤ ਹੈ, ਰੋਹ ਖੰਨਾ ਉਹਨੂੰ ਕਹਿੰਦੇ ਨੇ। ਉਹ ਰੋਹਿਤ ਖੰਨਾ ਸਾਹਿਬ ਜਿਹੜੇ ਨੇ ਉਹ ਜ਼ਾਹਿਰ ਹੈ, ਜਿਸ ਤਰ੍ਹਾਂ ਇੱਥੇ ਬੜੇ ਸਾਰੇ ਪਾਕਿਸਤਾਨੀ ਵੀ ਹੁਣ ਬੜੇ ਬੜੇ ਦਫ਼ਤਰਾਂ ਦੇ ਵਿੱਚ ਆਮ ਅਹੁਦਿਆਂ 'ਚ ਬੈਠੇ ਨੇ, ਜਿਹੜੇ ਇੱਥੇ ਆ ਕੇ ਪੈਦਾ ਹੋਏ ਨੇ ਜਾਂ ਇੱਥੇ ਆ ਕੇ ਆਪਣੀ ਜ਼ਿੰਦਗੀ ਉਹਨਾਂ ਬਣਾਈ, ਇਸੇ ਤਰ੍ਹਾਂ ਹਿੰਦੁਸਤਾਨੀ ਵੀ ਨੇ। ਉਹਨਾਂ ਦੇ ਮਾਂ ਪਿਓ ਪਿੱਛੋਂ ਤਲਕਾਤ ਜਿਹੜੇ ਨੇ ਉਹ ਹਿੰਦੁਸਤਾਨ ਨਾਲ ਹੈ। ਉਹਨਾਂ ਨੇ ਵੀ ਬਿਆਨ ਦਿੱਤਾ ਸੀ ਕਿ ਇਮਰਾਨ ਖਾਨ ਨੂੰ ਛੱਡੋ, ਰਿਹਾ ਕਰੋ, ਔਰ ਉਹਨਾਂ ਦੇ ਉੱਤੇ ਥੋੜ੍ਹਾ ਜਿਹਾ ਹੋਰ ਕਿਸਮ 'ਤੇ ਕੋਈ ਜਵਾਬ ਨਾ ਦੇ ਸਕਿਆ। ਹਾਲਾਂਕਿ ਸਾਰੇ ਜਿਹੜੇ ਝੂਠ ਮਾਰਨ ਦੇ ਟਵੀਟ ਸਨ, ਚੇਤੇ ਕਰੋ ਨਾ, ਜਿਹੜੇ ਅੰਬੈਸੀ ਨਾਲ ਰਲ ਕੇ ਤੇ ਰੀਟਵੀਟ ਹੋਏ ਸਨ ਐਹਸਨ ਇਕਬਾਲ ਦੇ, ਉਹਨਾਂ ਸਾਰਿਆਂ ਦੇ ਉੱਤੇ ਰਿਚਰਡ ਗ੍ਰੈਨਲ ਨੇ ਗੱਲਬਾਤ ਕੀਤੀ ਸੀ। ਲੇਕਿਨ ਐਹਸਨ ਇਕਬਾਲ ਸਾਹਿਬ ਨੇ ਚੂਜ਼ ਕੀਤਾ ਰੋਹਿਤ ਖੰਨਾ ਨੂੰ, ਕਿਉਂਕਿ ਰੋਹਿਤ ਖੰਨਾ ਜ਼ਰਾ ਥੋੜ੍ਹਾ ਜਿਹਾ ਸੌਫਟ ਆਦਮੀ ਹੈ, ਉਹ ਹਾਰਡ ਲਾਈਨ ਨਹੀਂ ਲੈਂਦਾ। ਉਹਨਾਂ ਨੇ ਜਿਸ ਵੇਲੇ ਰੋਹਿਤ ਖੰਨਾ ਸਾਹਿਬ ਨੂੰ ਉਹਨਾਂ ਨੇ ਟਵੀਟ ਵਾਪਸ ਕੀਤਾ ਕਿ ਤੁਸੀਂ ਉਦੋਂ ਕਿਉਂ ਨਹੀਂ ਟਵੀਟ ਕੀਤਾ ਜਦੋਂ ਮੇਰੇ 'ਤੇ ਹਮਲਾ ਹੋਇਆ ਸੀ ਤੇ ਮੇਰਾ ਬਾਜ਼ੂ ਸਾਰੀ ਉਮਰ ਵਾਸਤੇ ਖਰਾਬ ਹੋ ਗਿਆ ਸੀ। ਹੁਣ ਤੁਹਾਨੂੰ ਮੈਂ ਹਰ ਵੇਲੇ ਦੱਸਦਾ ਰਹਿੰਦਾ ਕਿ ਇਹ ਸਾਰੇ ਲੋਕ ਸੋਸ਼ਲ ਮੀਡੀਆ ਦੇ ਖਿਲਾਫ ਕਿਉਂ ਨੇ। ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਇਹ ਗੱਲ ਇੰਝ ਹੀ ਚੱਲ ਜਾਣੀ ਸੀ। ਹੁਣ ਇਹਨਾਂ ਨੇ ਗੱਲ ਕੀਤੀ ਤੇ ਅੱਜ ਕੱਲ੍ਹ ਦੇ ਜਿਹੜੇ ਅਣਜਾਣੇ ਨੇ ਨਾ ਜਾਂ ਨੌਜਵਾਨ ਨੇ, ਇਹ ਜੈਨ ਜ਼ੀ ਜਿਹਨਾਂ ਨੂੰ ਕਹਿੰਦੇ ਨੇ, ਇਹ ਬੜੇ ਖਰਾਬ ਨੇ। ਇਹ 5 ਮਿੰਟ ਨਹੀਂ ਕੱਢਦੇ, ਝੂਠ ਫੜ ਕੇ ਲੈ ਆਉਂਦੇ ਨੇ। ਉਹਨਾਂ ਨੇ ਉਸੇ ਵੇਲੇ ਐਹਸਨ ਇਕਬਾਲ ਸਾਹਿਬ ਦਾ ਝੂਠ ਫੜ ਲਿਆ। ਐਹਸਨ ਇਕਬਾਲ ਸਾਹਿਬ ਬੈਡਮਿੰਟਨ ਖੇਡਣ ਡਏ ਸਨ, ਜਿਹਨਾਂ ਨੂੰ ਪੰਜਾਬੀ ਚਿੜੀ ਛਿੱਕਾ ਆਉਂਦੇ ਨੇ। ਬੈਡਮਿੰਟਨ ਖੇਡਣ ਡਏ ਸਨ ਤੇ ਧਮਾਲਾਂ ਪਾ ਖੇਡਣ ਡਏ ਸਨ, ਤੇ ਉਸੇ ਹੱਥ ਨਾਲ ਜਨਾਬ ਚਿੜੀ ਤੇ ਛਿੱਕਾ, ਚਿੜੀ ਦੇ ਉੱਤੇ ਠੋਕ ਕੇ ਹਮਲੇ ਕਰ ਰਹੇ ਸਨ ਜਨਾਬ, ਭਾਰੀ ਤੋਪਖਾਨੇ ਨਾਲ। ਤੇ ਲੋਕਾਂ ਕਿਹਾ ਵੀ ਮਾਮੂ ਜੀ ਜੇ ਤੁਹਾਡਾ ਬਾਂਹ, ਤੁਹਾਡਾ ਮੋਢਾ ਸਾਰੀ ਉਮਰ ਵਾਸਤੇ ਖਰਾਬ ਹੋ ਗਿਆ ਤੇ ਚਿੜੀ ਛਿੱਕਾ ਕਿਵੇਂ ਖੇਡਣ ਡਏ ਹੋ? ਮਤਲਬ ਮੈਂ ਇਹ ਨਹੀਂ ਆਂਦਾ ਇਹਨਾਂ 'ਤੇ ਜਿਹੜਾ ਹਮਲਾ ਹੋਇਆ ਸੀ ਮੈਂ ਉਹਨੂੰ ਕਿਸੇ ਸੂਰਤ ਵੀ ਸਪੋਰਟ ਨਹੀਂ ਕਰਦਾ, ਉਹ ਮਾੜਾ ਕੰਮ ਸੀ, ਨਹੀਂ ਸੀ ਹੋਣਾ ਚਾਹੀਦਾ। ਲੇਕਿਨ ਹੁਣ ਉਹਦੇ ਉੱਤੇ ਝੂਠ ਤੇ ਨਾ ਮਾਰੋ ਨਾ। ਅਗਰ ਝੂਠ ਮਾਰਿਆ ਤੇ ਫਿਰ ਉਹਦੇ 'ਤੇ ਮੇਰਾ ਮਤਲਬ ਕਾਇਮ ਵੀ ਰਹੋ। ਤੇ ਇਹ ਇੱਕ ਕੰਮ ਹੋਇਆ ਜੀ। ਅਗਲੇ ਪਾਸੇ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ, ਜਿਹੜਾ ਕੁਵੈਤ ਪੈਟਰੋਲੀਅਮ ਹੈ ਪਾਕਿਸਤਾਨ ਦੇ ਵਿੱਚੋਂ ਸਭ ਕੁਝ ਆਪਣਾ ਵੇਚ ਵੱਟ ਕੇ ਜਾਣਾ ਚਾਹ ਰਿਹਾ, ਔਰ ਉਹਨਾਂ ਨੇ ਇੱਥੋਂ ਆਪਣੇ ਆਪਰੇਸ਼ਨਸ ਬੰਦ ਕਰਨੇ ਸ਼ੁਰੂ ਕਰ ਦਿੱਤੇ ਨੇ। ਟ੍ਰੈਜਰੀ ਬਿੱਲ ਇੱਕ ਇਨਵੈਸਟਮੈਂਟ ਦਾ ਤਰੀਕਾ ਹੁੰਦਾ ਹੈ, ਫੋਰਨ ਇਨਵੈਸਟਮੈਂਟ ਇਹਦੇ ਵਿੱਚ ਜਿਹੜੀ ਆਈ ਸੀ ਉਹ 64% ਖਤਮ ਹੋ ਗਈ। 64% ਲੋਕਾਂ ਨੇ ਟ੍ਰੈਜਰੀ ਬਿੱਲਸ ਦੇ ਵਿੱਚੋਂ ਆਪਣੀ ਇਨਵੈਸਟਮੈਂਟ ਜਿਹੜੀ ਉਹ ਕੱਢ ਲਈ। ਉਸ ਤੋਂ ਬਾਅਦ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦਾ ਇਮਰਾਨ ਖਾਨ ਵਾਸਤੇ ਨਰਮ ਗੋਸ਼ਾ ਹੈ। ਇਹ ਜਨਾਬ ਹੁਣ ਅਮਾਰ ਮਸੂਦ ਤੇ ਵਸੀਮ ਅਬਾਸੀ ਖਾਸੁਲ ਖਾਸ ਨੇ ਨੂਨ ਲੀਗ ਦੇ ਦੋਵੇਂ ਸਹਾਫੀ ਹਜ਼ਰਾਤ ਜਿਹੜੇ ਨੇ ਇਹ ਖਬਰ ਦੇ ਰਹੇ ਨੇ ਕਿ ਨਵਾਜ਼ ਸ਼ਰੀਫ ਜਿਹੜਾ ਅਸਲ ਦੇ ਵਿੱਚ ਇਮਰਾਨ ਖਾਨ ਨੂੰ ਛੁਡਵਾਉਣਾ ਚਾਹੁੰਦਾ ਔਰ ਬਚਾਉਣਾ ਚਾਹੁੰਦਾ। ਬੱਲੇ 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 ਬਈ, ਕੱਲ ਅਖੀਰ ਹੀ ਕਰ ਦਿੱਤੀ। ਉਹਦੀ ਵਜ੍ਹਾ ਕੀ ਹੈ ਕਿ ਨਵਾਜ਼ ਸ਼ਰੀਫ ਸਾਹਿਬ ਨੇ ਤੇ ਉਹਨਾਂ ਦੀ ਧੀ ਨੇ ਜੋ ਕੁਝ ਇਮਰਾਨ ਖਾਨ ਨਾਲ ਕਰਨਾ ਸੀ ਉਹ ਤੇ ਕਰ ਲਿਆ। ਇਮਰਾਨ ਖਾਨ ਨੂੰ ਗੋਲੀਆਂ ਵੱਜ ਗਈਆਂ, ਇਮਰਾਨ ਖਾਨ ਤੇ ਅਸੈਸੀਨੇਸ਼ਨ ਅਟੈਂਪਟ ਹੋ ਗਈ, ਇਮਰਾਨ ਖਾਨ ਦੇ ਪੂਰੇ ਟੱਬਰ ਨੂੰ ਜੇਲੇ ਰੱਖ ਲਿਆ, ਇਮਰਾਨ ਖਾਨ ਦੀ ਪਾਰਟੀ ਤੋੜ। ਕਿਹੜਾ ਜ਼ੁਲਮ ਹੈ ਜਿਹੜਾ ਤੁਸੀਂ ਨਹੀਂ ਕੀਤਾ? ਅੱਲਾ ਇਮਰਾਨ ਖਾਨ ਨੂੰ ਹਯਾਤੀ ਦੇਵੇ ਔਰ ਉਹਨੂੰ ਬਚਾ ਕੇ ਰੱਖੇ। ਤੁਸੀਂ ਕਤਲ ਕਰਨ ਤੱਕ ਤੇ ਤੁਸੀਂ ਗਏ ਹੋ, ਤੇ ਹੁਣ ਹਜੇ ਵੀ ਨਰਮ ਗੋਸ਼ਾ ਹੈ। ਹੁਣ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਤਵਾ ਗਰਮ ਹੋ ਗਿਆ ਤੇ ਤੁਹਾਨੂੰ ਕਿਸੇ ਨਾ ਕਿਸੇ ਨੇ ਤੱਤੇ ਤਵੇ ਤੇ ਬਹਾ ਦੇਣਾ ਹੈ। ਉਹਦੇ ਤੋਂ ਬਚਣ ਵਾਸਤੇ ਔਰ ਤੁਸੀਂ ਚੌਧਰੀ ਨਿਜ਼ਾਮੁਦੀਨ ਦੇ ਵੀ ਬਦਲੇ ਹਾਲਾਤ ਤੇ ਖਿਆਲਾਤ ਵੇਖ ਰਹੇ ਹੋ, ਜਿਹਦੀ ਵਜ੍ਹਾ ਤੋਂ ਤੁਹਾਨੂੰ ਲੱਗਦਾ ਹੈ ਕਿ ਕਿਤੇ ਕੰਮ ਖਰਾਬ ਨਾ ਹੋ ਜਾਏ, ਤੇ ਹੁਣ ਤੁਸੀਂ ਸੱਜੇ ਖੱਬੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਕਹਿ ਨਹੀਂ ਰਹੇ ਹੋ ਕਿ ਜਨਾਬੇ ਆਲੀ ਸਾਡੇ ਦਿਲ ਦੇ ਵਿੱਚ ਬੜਾ ਜਿਹੜਾ ਹੈ ਨਾ ਉਹ ਦਰਦ ਹੈ ਇਮਰਾਨ ਖਾਨ ਦਾ। ਤੁਸੀਂ ਹੁਣ ਇਹ ਦਰਦ ਕੋਲ ਹੀ ਰੱਖੋ, ਮੇਰਾ ਖਿਆਲ ਹੈ। ਤੇ ਜੇ ਵਾਕਈ ਦਰਦ ਹੈ ਤੇ ਫਿਰ ਕੌਮ ਦੇ ਸਾਹਮਣੇ ਆਓ ਤੇ ਮਾਫੀ ਮੰਗੋ ਤੇ ਦੱਸੋ ਵੀ ਅਸੀਂ ਇਹ ਜ਼ੁਲਮ ਕੀਤਾ, ਜ਼ਿਆਦਤੀਆਂ ਕੀਤੀਆਂ, ਅਸੀਂ ਇੱਥੇ ਸ਼ਰਮਿੰਦਾ ਹਾਂ ਤੇ ਇਮਰਾਨ ਖਾਨ ਨੂੰ ਫੌਰਨ ਰਿਹਾ ਕੀਤਾ ਜਾਏ। ਅਸੀਂ ਆਪਣਾ ਜਿਹੜਾ ਮੈਂਡੇਟ ਉਹਦਾ ਚੋਰੀ ਉਹ ਵਾਪਸ ਕਰਦੇ ਹਾਂ ਤੇ ਪਤਾ ਵੀ ਲੱਗੇ। ਇਹ ਜਿਹੜਾ ਤੁਸੀਂ ਆਪਣੇ ਜਰਨਲਿਸਟਾਂ ਦੇ ਥਰੂ, ਜਿਹੜੇ ਕਰੀਬੀ ਜਰਨਲਿਸਟ ਨੇ ਉਹਨਾਂ ਦੇ ਥਰੂ ਤੁਸੀਂ ਇਹ ਕੰਮ ਜਿਹੜਾ ਕਰਦੇ ਹੋ, ਇਹ ਚੱਲਣਾ ਨਹੀਂ, ਕਿਉਂਕਿ ਆਵਾਮ ਬੜੀ ਸਿਆਣੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ
ਕਿ ਜਿਸ ਵੇਲੇ ਇੱਥੋਂ ਅਸੀਂ ਕੋਈ ਗੱਲ ਕਰਨੇ ਤੇ ਕਈ ਵਾਰੀ ਤੁਸੀਂ ਵੀ ਸੋਚਦੇ ਹੋ, ਮੈਂ ਵੀ ਸੋਚਦਾ ਵੀ ਪਤਾ ਨਹੀਂ ਇਹਦਾ ਕੋਈ ਅਸਰ ਹੋਏਗਾ ਕਿ ਨਹੀਂ ਹੋਏਗਾ। ਕਈ ਵਾਰੀ ਸੋਚੀਦਾ ਇੰਝ, ਤੁਸੀਂ ਵੀ ਸੋਚਦੇ ਹੋਵੋਗੇ ਵੀ ਗੱਲ ਕਰ ਲਈ, ਸੁਣ ਲਈ, ਇਹਦਾ ਕੋਈ ਅਸਰ ਹੋਇਆ ਕਿ ਨਹੀਂ ਹੋਇਆ। ਲੌਂਡਾ ਲਪਾੜਾ ਜੀ ਜਿਹੜੇ ਨੇ ਮਨਸੂਰ ਅਲੀ ਖਾਨ ਸਾਹਿਬ, ਲੌਂਡਾ ਲਪਾੜਾ ਮਾੜਾ ਲਫ਼ਜ਼ ਹੈ, ਪੰਜਾਬੀ 'ਚ ਬਹੁਤਾ ਮਾੜਾ ਲੱਗਦਾ, ਉਰਦੂ ਵਾਲਿਆਂ ਨੂੰ ਠੀਕ ਲੱਗਦਾ। ਉਰਦੂ ਵਾਲੇ ਮੁੰਡੇ ਨੂੰ ਲੌਂਡਾ ਆਖਦੇ ਨੇ ਤੇ ਉਹਨਾਂ ਦੀ ਜ਼ੁਬਾਨ ਦੇ ਵਿੱਚ ਇਹ ਠੀਕ ਹੈ। ਜਿਵੇਂ ਉਰਦੂ ਦੇ ਵਿੱਚ ਇਹ ਜਿਹੜੀਆਂ ਮੋਬਾਈਲ ਟੀਮਾਂ ਹੁੰਦੀਆਂ ਨੇ, ਇਹਨਾਂ ਨੂੰ ਗਸ਼ਤੀ ਟੀਮਾਂ ਆਉਂਦੇ ਨੇ। ਇਹ ਮੋਬਾਈਲ ਟੀਮਾਂ, ਮੋਬਾਈਲ ਪੁਲਿਸ ਦੀ ਟੀਮ ਜਾਂ ਮੋਬਾਈਲ ਪੋਲੀਓ ਹੈਲਥ ਵਰਕਰ, ਇਹ ਜਿਹੜੀਆਂ ਹੁੰਦੀਆਂ ਨੇ ਤੁਰ ਫਿਰ ਕੇ ਕੰਮ ਕਰਨ ਵਾਲੇ, ਉਹਨਾਂ ਨੂੰ ਉਰਦੂ ਦੇ ਵਿੱਚ ਉੱਥੇ ਕਰਾਚੀ ਦੇ ਵਿੱਚ ਗਸ਼ਤੀ ਟੀਮਾਂ ਆਖ ਦਿੰਦੇ ਨੇ। ਪੰਜਾਬੀ 'ਚ ਤੁਹਾਨੂੰ ਪਤਾ ਹੀ ਹੈ ਕਿ ਇਹਨੂੰ ਮਾਯੂਬ ਸਮਝਿਆ ਜਾਂਦਾ। ਅਤੇ ਇਹ ਜ਼ੁਬਾਨਾਂ ਦਾ ਫ਼ਰਕ ਹੈ। ਜਿਸ ਤਰ੍ਹਾਂ ਕਿ ਬੇਵਾ ਦੇ ਬਾਰੇ ਜਿਹੜਾ ਪੰਜਾਬੀ 'ਚ ਲਫ਼ਜ਼ ਹੈ, ਉਹ ਉਰਦੂ ਵਾਲੇ ਉਹਨੂੰ ਬਹੁਤ ਵੱਡੀ ਗਾਲੀ ਸਮਝਦੇ ਨੇ। ਅਤੇ ਇਹ ਜ਼ਰਾ ਜ਼ੁਬਾਨਾਂ ਦਾ ਔਰ ਐਕਸਪ੍ਰੈਸ਼ਨ ਦਾ ਫ਼ਰਕ ਹੈ। ਅਤੇ ਇਹ ਲੌਂਡਾ ਲਪਾੜਾ ਉਹ ਖੁਦ ਹੀ ਕਹਿੰਦੇ ਨੇ PTI ਦੇ ਸਾਰੇ ਲੋਕਾਂ ਨੂੰ, ਇਸੇ ਲਈ ਅਸੀਂ ਉਹਨਾਂ ਦਾ ਨਾਂ ਰੱਖਿਆ। ਅੱਛਾ, ਉਹ ਬਾਜ਼ ਨਹੀਂ ਸੀ ਆਉਂਦੇ। ਇੱਕ ਤਾਂ ਇਮਰਾਨ ਖਾਨ ਦਾ ਜ਼ਾਹਿਰ ਹੈ ਨਾਂ ਇਸਤੇਮਾਲ ਕਰਦੇ ਸਨ, ਹਰ ਥੰਬਨੇਲ 'ਤੇ ਇਮਰਾਨ ਖਾਨ ਦਾ ਨਾਂ ਹੁੰਦਾ ਸੀ। ਫਿਰ ਚਬੋਕਾਂ ਵੀ ਲਾਉਂਦੇ ਸਨ, ਤੁਰੇ ਤੁਰੇ ਜਾਂਦੇ ਕੋਈ ਨਾ ਕੋਈ। ਅਤੇ ਉਹਨਾਂ ਦੇ ਉੱਤੇ ਕੱਲ੍ਹ ਪਰਸੋਂ ਗੱਲ ਕਰਾਂਗੇ। ਫਿਰ ਅਸੀਂ ਥੋੜ੍ਹਾ ਜਿਹਾ ਹੋਰ ਮਾਲ ਉਹਨਾਂ ਦੇ ਉੱਤੇ ਮਟੀਰੀਅਲ ਤਿਆਰ ਕੀਤਾ, ਕਰਾਂਗੇ ਗੱਲ ਕਿਸ ਵੇਲੇ। ਵੇਖਦੇ ਉਹਨਾਂ ਦੇ ਪਹਿਲਾਂ ਉਹਨਾਂ ਦੀ ਤਬੀਅਤ ਵੇਖਦੇ। ਜੇ ਤਬੀਅਤ ਪੂਰੀ ਠੀਕ ਨਾ ਹੋਈ ਫਿਰ ਦੁਬਾਰਾ ਡੋਜ਼ ਦਿਆਂਗੇ। ਦੇਖੋ, ਕੰਮ ਹੁੰਦਾ ਡਾਕਟਰ ਦਾ ਕਿ ਉਹ ਪਹਿਲਾਂ ਮਰੀਜ਼ ਨੂੰ ਦਵਾਈ ਦੇ ਕੇ ਵੇਖੇ ਵੀ ਉਹਨੂੰ ਕਿੰਨਾ ਕੁ ਅਸਰ ਹੋਇਆ। ਫੌਰੀ ਦਵਾਈ ਨਹੀਂ ਬਦਲੀ ਦੀ, ਥੋੜ੍ਹੇ ਦਿਨ ਉਹਨੂੰ ਪਹਿਲਾਂ ਉਹਦਾ ਅਸਰ ਵੇਖੀਦਾ। ਅਤੇ ਮੈਂ ਤੁਹਾਨੂੰ ਖੁਸ਼ਖਬਰੀ ਇਹ ਦੇਣੀ ਹੈ ਵੀ ਪਹਿਲਾ ਨਤੀਜਾ ਆ ਗਿਆ। ਜਿਹੜਾ ਇਬਤਦਾਈ ਤੌਰ 'ਤੇ ਉਹਨਾਂ ਨੂੰ ਅਸਰ ਹੋਣਾ ਚਾਹੀਦਾ ਸੀ ਨਾ, ਉਹ ਉਹਨਾਂ ਨੂੰ ਹੋਇਆ। ਇਹ ਨਹੀਂ ਕਹਿਣਾ ਚਾਹੀਦਾ ਵੀ ਨਹੀਂ ਹੋਇਆ। ਕੋਈ ਬੰਦਾ ਅਗਰ ਬੰਦੇ ਦਾ ਪੁੱਤਰ ਬਣਨ ਦੀ ਕੋਸ਼ਿਸ਼ ਕਰੇ ਨਾ, ਪੰਜਾਬੀ ਚਾਹੁੰਦੇ ਨੇ, ਵੈਸੇ ਕੋਈ ਮਾਯੂਬ ਲਫ਼ਜ਼ ਨਹੀਂ ਹੈ। ਇੱਕ ਮਤਲਬ ਕਿ ਕੋਈ ਬੰਦਾ ਸਿਵਲ ਹੋਣਾ ਪਸੰਦ ਕਰੇ ਨਾ, ਕੋਈ ਬੰਦਾ ਜ਼ਰਾ ਬਿਹਤਰ ਬਿਹੇਵ ਕਰਨਾ ਪਸੰਦ ਕਰੇ, ਅਤੇ ਉਹਨੂੰ ਐਪਰੀਸ਼ੀਏਟ ਕਰੀਦਾ। ਐਵੇਂ ਉਹਦੇ ਮਗਰ ਲੱਠ ਲੈ ਕੇ ਨਹੀਂ ਚੜੇ ਰਹੀਦਾ। ਲੌਂਡਾ ਲਪਾੜਾ ਜੀ ਨੇ ਕਮ ਅਜ਼ ਕਮ ਜਿਹੜੀ ਉਹਨਾਂ ਦੀ ਤੁਸੀਂ ਔਰ ਅਸੀਂ ਬਹਿ ਕੇ ਉਹਨਾਂ ਦੀ ਅਸੀਂ ਜਿਹੜੀ ਛੋਟੀ ਮੋਟੀ ਮੰਜੀ ਪੀੜੀ ਠੋਕੀ ਹੈ, ਉਹਦੇ 'ਚੋਂ ਉਹਨਾਂ ਦੀ ਚੂੰਚਾਂ ਬੰਦ ਹੋਈ ਹੈ। ਪਹਿਲਾ ਨਤੀਜਾ ਇਹ ਆਇਆ ਕਿ ਉਹਨਾਂ ਨੇ ਆਪਣੇ ਵੀਲੌਗ ਦੇ ਥੰਬਨੇਲ 'ਤੇ ਪਹਿਲੀ ਵਾਰੀ ਇਮਰਾਨ ਖਾਨ ਸਾਹਿਬ ਦੀ ਬਜਾਏ ਕੋਈ ਹੋਰ ਤਸਵੀਰ ਬੜੇ ਚਿਰ ਬਾਅਦ ਲਾ ਕੇ ਤੇ ਪਹਿਲਾ ਵੀਲਾਗ ਕੀਤਾ। ਇਹਦਾ ਮਤਲਬ ਹੈ ਪਹਿਲਾ ਨਤੀਜਾ ਆ ਗਿਆ, ਜਿਹੜਾ ਤੁਸੀਂ ਦੁਰਮਟ ਫੇਰਿਆ। ਦੁਰਮਟ ਕੀ ਹੁੰਦਾ ਹੈ ਹੁਣ ਤੁਹਾਨੂੰ ਪੁੱਛਣਾ ਪਏਗਾ ਕਿਸੇ ਸਿਆਣੇ ਕੋਲੋਂ। ਬਹਰਹਾਲ ਜਿਹੜਾ ਤੁਸੀਂ ਦੁਰਮਟ ਫੇਰਿਆ, ਉਹਦੇ ਤੋਂ ਬਾਅਦ ਮੇਰਾ ਖਿਆਲ ਹੈ ਕਿ ਥੋੜ੍ਹਾ ਜਿਹਾ ਅਸਰ ਹੋਇਆ। ਬਾਕੀ ਉਹਨਾਂ ਗੱਲ ਕੀਤੀ ਹੈ ਕਿ ਜੀ ਇਹ ਮੇਰੇ 'ਤੇ ਇਲਜ਼ਾਮ ਲਾਉਣ ਡਏ ਨੇ। ਇਹਦੇ 'ਤੇ ਅਸੀਂ ਕੱਲ੍ਹ ਪਰਸੋਂ ਗੱਲ ਕਰਾਂਗੇ, ਤਫਸੀਲ ਨਾਲ ਕਰਾਂਗੇ, ਕਿਉਂਕਿ ਉਹਨਾਂ ਦਾ ਪ੍ਰੋਡਿਊਸਰ ਸੀ ਜਿਹਨੇ ਗੱਲ ਕੀਤੀ। ਅਸੀਂ ਤਾਂ ਇਲਜ਼ਾਮ ਕੋਈ ਨਹੀਂ ਲਾਇਆ, ਅਸੀਂ ਤਾਂ ਲਾਉਂਦੇ ਹੀ ਨਹੀਂ ਤੁਹਾਡੇ 'ਤੇ ਇਲਜ਼ਾਮ। ਹਾਲਾਂਕਿ ਸਾਡੇ ਕੋਲ ਇੱਕ ਇਹੋ ਜਿਹੀ ਵੀਡੀਓ ਵੀ ਹੈ ਜਨਾਬ ਦੀ ਫੈਮਿਲੀ ਨਾਲ ਰਿਲੇਟਡ, ਜਿਹਦੇ ਵਿੱਚ ਕੋਈ ਬੜੀ ਗੁਸਤਾਖਾਨਾ ਗੱਲ ਤੁਹਾਡੇ ਕਿਸੇ ਕੁਲੀਗ ਨੇ ਕੀਤੀ ਹੈ। ਲੇਕਿਨ ਕਿਉਂਕਿ ਧੀਆਂ ਭੈਣਾਂ ਮਾਵਾਂ ਸਾਂਝੀਆਂ ਹੁੰਦੀਆਂ ਨੇ, ਅਸੀਂ ਇਸ ਪਾਸੇ ਨੂੰ ਨਾ ਕਦੀ ਜਾਣੇ, ਨਾ ਕਦੀ ਇਨਸ਼ਾਅੱਲਾ ਜਾਵਾਂਗੇ। ਤੁਸੀਂ ਜਾਓਗੇ ਵੀ ਫਿਰ ਵੀ ਨਹੀਂ ਜਾਵਾਂਗੇ। ਉਹਦੀ ਵਜ੍ਹਾ ਇਹ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜੀਆਂ ਖਵਾਤੀਨ ਨੇ, ਧੀਆਂ ਭੈਣਾਂ ਨੇ ਘਰਾਂ ਦੀਆਂ, ਉਹ ਸਾਂਝੀਆਂ ਨੇ, ਉਹਨਾਂ ਦਾ ਇਹਤਰਾਮ ਬੜਾ ਹੀ ਜ਼ਰੂਰੀ ਹੈ। ਅੱਛਾ ਜੀ, ਅੱਗੇ ਚੱਲਦੇ ਹਾਂ। ਅੱਗੇ ਨਈਮ ਬੁਖਾਰੀ ਸਾਹਿਬ ਨੇ ਕੜਵਾ ਸੱਚ ਬੋਲਿਆ। ਉਹਨਾਂ ਨੇ ਕੀ ਆਖਿਆ, ਇਹ ਤੁਸੀਂ ਆਪ ਸੁਣ ਲਓ। जो फौजी होता है उसको भी डर होता है, उस डर को वो काबू करना उसे सिखाया जाता है। ये परेड क्यों कराई जाती है? डिसिप्लिन, लेफ्ट टर्न, राइट टर्न, फॉरवर्ड, हल्ट। ठीक है, आप जुल्म कर सकते हैं, जुल्म कर लेना। अगर आपने इख्तिदार में इज्जत नहीं कमाई, और इज्जत डरा के नहीं मिलती, डरा के नहीं। क्या कादी फैजी साहब कितनी इज्जत लेके गए, इफ्तिखार चौधरी कितनी इज्जत लेके गए, मियां नवाज शरीफ कितनी इज्जत लेके गए। यानी एक तो है ना कावडिस, बुज़दिली, एक है रेकलेस ब्रेवरी, वो दिलेरी जिसमें कोई हाथी कोई ना हो। इसके दरमियान है करेज, हौसला, हौसला। और ये गोलियां चल रही हैं, डक करो, वेट करो जब वो रिफिल करे। तो पाकिस्तान में हमें खतरा बाहर से नहीं है, याद रखिए, बाहर से नहीं है, हमें खतरा अपने आप से। ਸੁਣ ਲਿਆ ਜੀ। ਇਹਦੇ ਵਿੱਚ ਉਹਨਾਂ ਸਾਰੀ ਦਾਸਤਾਨ ਸਾਡੀ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਨੂੰ ਪੂਰਾ ਹੀ ਪੈਗਾਮ ਦੇ ਛੱਡਿਆ, ਪੂਰਾ ਉਹਨਾਂ ਨੇ ਸੱਚ ਬੋਲ ਛੱਡਿਆ। ਔਰ ਮੇਰਾ ਖਿਆਲ ਇਦੋਂ ਅੱਛੀ ਅਤੇ ਇਦੋਂ ਬਿਹਤਰ ਡਿਪਿਕਸ਼ਨ ਕੋਈ ਹੋਰ ਕਰ ਨਹੀਂ ਸਕਦਾ ਜਿਹੜੀ ਨਈਮ ਬੁਖਾਰੀ ਸਾਹਿਬ ਨੇ ਕੀਤੀ। ਪਾਕਿਸਤਾਨ ਦੇ ਇੱਕ ਸੋਹਣੇ ਸੁਨੱਖੇ ਮੰਨੇ ਪਰਮੰਨੇ ਦਾਨਸ਼ਵਰ ਮੁਫੱਕਰ ਵਕੀਲ ਔਰ ਜੋ ਵੀ ਉਹਨਾਂ ਦੇ ਬਾਰੇ, ਉਹ ਇੱਕ ਐਸੇ ਪਾਕਿਸਤਾਨੀ ਨੇ ਕਿ ਉਹਨਾਂ ਦੇ ਉੱਤੇ ਜਿਹੜਾ ਵੀ ਲਫ਼ਜ਼ ਕਹੋ ਉਹ ਮਾਸ਼ਾਅੱਲਾ ਫਿੱਟ ਹੋ ਜਾਂਦਾ ਹੈ। ਮਾਂ ਨੇ ਇੱਕ ਸੋਹਣਾ ਪੁੱਤਰ ਪੈਦਾ ਕੀਤਾ ਹੈ, ਇੱਕ ਸੋਹਣਾ ਪਾਕਿਸਤਾਨੀ, ਔਰ ਇਹੋ ਜਿਹਾ ਪਾਕਿਸਤਾਨੀ ਜਿਹਨੂੰ ਸੋਨੇ 'ਚ ਤੋਲਣਾ ਚਾਹੀਦਾ ਹੈ। ਅਤੇ ਆਰਮੀ ਚੀਫ ਸਾਹਿਬ ਨੂੰ ਮੈਂ ਦੁਬਾਰਾ ਆਖਾਂਗਾ ਵੀ ਨਈਮ ਬੁਖਾਰੀ ਦੀ ਗੱਲ 'ਤੇ ਸੁਣੋ ਅਤੇ ਤਵੱਜੋ ਦਿਓ।
ਏਡੀ ਦੂਰ ਨਾ ਨਿਕਲੋ ਕਿ ਪੂਰੀ ਦੀ ਪੂਰੀ ਜਿਹੜੀ ਸਾਡੀ ਫੌਜ ਹੈ ਉਹਦਾ ਅਸੀਂ ਨੁਕਸਾਨ ਕਰਾਉਣ ਡਏ ਹਾਂ। ਅਤੇ ਜੋ ਨਈਮ ਬੁਖਾਰੀ ਸਾਹਿਬ ਕਹਿਣ ਡਏ ਨੇ ਉਹਨਾਂ ਦੇ ਉੱਤੇ ਸੁਣੋ ਅਤੇ ਉਹਨਾਂ ਦੀ ਗੱਲ ਵੀ ਸੁਣੋ ਅਤੇ ਉਸ ਗੱਲ ਨੂੰ ਕੋਈ ਅਹਿਮੀਅਤ ਵੀ ਦੇਵੋ। ਅੱਛਾ ਜੀ, ਜਿਹੜੀ ਅਗਲੀ ਖਬਰ ਹੈ ਉਹ ਐਸਆਰ ਰਾਣਾ ਸਾਹਿਬ ਦੀ ਖਬਰ ਹੈ। ਐਸਆਰ ਰਾਣਾ ਵੀ ਚੰਗਾ ਜਰਨਲਿਸਟ ਹੈ, ਲਾਹੌਰ ਤੋਂ ਸੀਨੀਅਰ ਜਰਨਲਿਸਟ ਨੇ, ਸਾਡੇ ਭਾਈ ਨੇ, ਇਸ ਲਈ ਜ਼ਰਾ ਥੋੜ੍ਹਾ ਜਿਹਾ ਭਾਈ ਦਾ ਮਤਲਬ ਹੈ ਕਿ ਉਹਨਾਂ ਨਾਲ ਇੰਟਰੈਕਸ਼ਨ ਹੈ ਅਤੇ ਇਸ ਵਜ੍ਹਾ ਤੋਂ ਜ਼ਰਾ ਉਹਨਾਂ ਦਾ ਤੁਸੀਂ ਇਹ ਕਹਿ ਲਓ ਕਿ ਹੈ ਤੇ ਮੇਰੇ ਤੋਂ ਉਮਰ 'ਚ ਬੜੇ ਵੱਡੇ ਨੇ ਅਤੇ ਜ਼ਰਾ ਥੋੜ੍ਹਾ ਜਿਹਾ ਆਜ਼ਾਦਾਨਾ ਤਰੀਕੇ ਨਾਲ ਮੈਂ ਉਹਨਾਂ ਦਾ ਨਾਂ ਲੈ ਰਿਹਾ। ਵੈਸੇ ਉਹ ਬੜੇ ਕਾਬਲ ਇਹਤਰਾਮ ਨੇ ਸਾਡੇ ਲਈ। ਉਹ ਵੀ ਬੜਾ ਸੋਹਣਾ ਸਰਵੇ ਕਰਦੇ ਨੇ। ਉਹਨਾਂ ਕਿਹਾ ਜੀ ਸ਼ਹਬਾਜ਼ ਸ਼ਰੀਫ ਦਾ ਇਸ ਵੇਲੇ ਇਮਰਾਨ ਖਾਨ ਤੋਂ ਵੋਟ ਬੈਂਕ ਜ਼ਿਆਦਾ ਹੈ। ਅਗਰ ਅੱਜ ਵੀ ਇਲੈਕਸ਼ਨ ਹੋਵੇ ਤੇ ਸ਼ਹਬਾਜ਼ ਸ਼ਰੀਫ ਦੇ ਚਾਹੁਣ ਵਾਲੇ ਮੰਨਣ ਵਾਲੇ ਬੰਦੇ ਇਮਰਾਨ ਖਾਨ ਤੋਂ ਜ਼ਿਆਦਾ ਨੇ। ਸਾਰੇ ਬੰਦੇ ਕੁਰਸੀ ਘੁੱਟ ਕੇ ਫੜ ਕੇ ਬਹਿ ਗਏ ਵੀ ਇਹ ਕਿਵੇਂ। ਉਹਨਾਂ ਕੋਲ ਪੁੱਛਿਆ ਵੀ ਕਿਵੇਂ। ਉਹਨਾਂ ਕਿਹਾ ਜੀ ਹਾਲ ਹੀ ਦੇ ਵਿੱਚ ਇੱਕ ਸਰਵੇ ਹੋਇਆ ਪਾਕਿਸਤਾਨ, ਜਿਸ 'ਚ ਪਤਾ ਲੱਗਾ ਵੀ ਪਾਕਿਸਤਾਨ 'ਚ 3.5 ਕਰੋੜ ਫਕੀਰ ਨੇ, ਬੇਕਾਰੀ ਨੇ, ਮੰਗਣ ਵਾਲੇ ਨੇ, ਮੰਗਤੇ ਨੇ। ਉਹਨੇ ਕਿਹਾ ਵੀ ਇਸ ਹਿਸਾਬ ਨਾਲ ਅਗਰ ਕੰਮ ਚੱਲਿਆ ਤਾਂ ਉਹ ਮੰਗਤਿਆਂ ਨੇ ਤਾਂ ਸ਼ਹਬਾਜ਼ ਸ਼ਰੀਫ ਨੂੰ ਹੀ ਆਪਣਾ ਵਜ਼ੀਰ ਆਜ਼ਮ ਮੰਨਣਾ ਹੈ, ਕਿਉਂਕਿ ਉਹਨਾਂ ਵਰਗਾ ਕੰਮ ਉਹੀ ਕਰਦਾ ਹੈ। ਅਤੇ ਇਸ ਹਿਸਾਬ ਨਾਲ ਤਾਂ ਫਿਰ ਐਸਆਰ ਰਾਣਾ ਸਾਹਿਬ ਦੀ ਗੱਲ ਠੀਕ ਹੈ, ਲੇਕਿਨ ਰਾਣਾ ਸਾਹਿਬ ਇਸ ਤਰ੍ਹਾਂ ਨਹੀਂ। ਬੜੇ ਸਾਰੇ ਇਹਨਾਂ 'ਚੋਂ ਫਕੀਰ ਹੋਣੇ ਨੇ ਜਿਹੜੇ ਪੇਸ਼ਾਵਰ ਹੋਣੇ ਨੇ, ਕੋਈ ਮਜਬੂਰ ਵੀ ਹੋਣੇ ਨੇ ਵਿਚਾਰੇ। ਜਿਹੜੇ ਮਜਬੂਰ ਹੋਣੇ ਨੇ ਉਹ ਨਹੀਂ ਇਹਨਾਂ ਵਾਲੇ ਪਾਸੇ ਜਾਂਦੇ, ਕਿਉਂਕਿ ਇਹ ਤਾਂ ਪੇਸ਼ਾਵਰ ਨੇ ਨਾ। ਅੱਛਾ ਜੀ, ਅੱਗੋਂ ਮੁਹੰਮਦ ਮਾਲਿਕ ਸਾਹਿਬ ਨੇ ਕਿਹਾ ਵੀ ਇਹ ਪਾਕਿਸਤਾਨ ਦੇ ਵਿੱਚ ਤਕਰੀਬਨ $3 ਬਿਲੀਅਨ, 2915 ਮਿਲੀਅਨ ਡਾਲਰ ਪਾਕਿਸਤਾਨ ਹਰ ਮਹੀਨੇ ਆਉਂਦੇ, ਨਵੰਬਰ ਦੇ ਮਹੀਨੇ 'ਚ ਆਏ ਨੇ। ਉਹਨਾਂ ਕਿਹਾ ਅਗਰ ਪੀਟੀਆਈ ਦੇ ਸਪੋਰਟਰ ਸਿਰਫ 10% ਹੀ ਘੱਟ ਕਰ ਦੇਣ ਨਾ, ਕੋਈ $300 ਮਿਲੀਅਨ ਹੀ, ਅਤੇ ਇਹ ਸਾਲ ਦੇ ਕੋਈ $3.5 ਬਿਲੀਅਨ ਬਣਦੇ ਨੇ। ਅਤੇ ਉਹਨਾਂ ਆਖਿਆ ਕਿ ਅਗਰ $3.5 ਬਿਲੀਅਨ ਘੱਟ ਗਏ ਨਾ ਪਾਕਿਸਤਾਨ ਨੂੰ ਬਾਹਰੋਂ ਆਉਣੇ, ਬਸ ਇੰਨਾ ਹੀ ਕਾਫੀ ਹੈ ਚੌਧਰੀ ਸਾਹਿਬ ਨੂੰ ਅਤੇ ਸ਼ਹਬਾਜ਼ ਸ਼ਰੀਫ ਨੂੰ ਅਤੇ ਦੂਜਿਆਂ ਨੂੰ। ਅਤੇ ਇਸ ਲਈ ਜਿਹੜੇ ਆਉਂਦੇ ਨਾ ਕਿ ਇਹ ਸਿਵਲ ਨਾਫਰਮਾਨੀ ਕਾਮਯਾਬ ਨਹੀਂ ਹੋਣੀ, ਉਹ ਸੋਚਦੇ ਇਹ ਨੇ ਕਿ ਖੋਰੇ ਸਾਰੇ ਪਾਕਿਸਤਾਨੀ ਪੈਸੇ ਘੱਲਣਾ ਬੰਦ ਕਰਨ ਅਤੇ ਫੇਰ ਹੀ ਕੰਮ ਇਹ ਬਣਨਾ ਹੈ ਸਿਵਲ ਨਾਫਰਮਾਨੀ ਵਾਲਾ। ਨਹੀਂ, ਇੰਜ ਨਹੀਂ ਹੈ। ਇਹ ਸਿਰਫ 10% ਜਿਹੜੇ ਪਲਾਟ ਪਲੂਟ ਖਰੀਦਦੇ ਨੇ ਅਤੇ ਦੂਜੇ ਪੈਸੇ ਇਹ ਵੀ ਖਤਮ ਕਰਕੇ ਅਤੇ ਕੰਮ ਪੂਰਾ ਹੋ ਜਾਣਾ। ਅਤੇ ਜਿਹੜੇ ਅਜ਼ਾਫੀ ਪੈਸੇ ਬੰਦਾ ਜੋੜਦਾ ਹੈ ਨਾ, ਬੰਦਾ ਦੁਬਈ ਦੇ ਵਿੱਚ, ਸਾਊਦੀ ਅਰਬ 'ਚ ਮਜ਼ਦੂਰੀ ਕਰਦਾ, ਜੋੜਦਾ ਪੈਸੇ, ਅਤੇ ਉਹ ਘਰ ਘੱਲਦਾ ਵੀ ਘਰ ਵਾਲੇ ਉੱਥੇ ਸੇਵਿੰਗ ਅਕਾਊਂਟ ਜਾਂ ਕਿਤੇ ਜੋੜ ਲੈਣ, ਜਾਂ ਕੋਈ ਚੀਜ਼, ਕੋਈ ਟੂੰਬ ਲੈ ਲੈਣ। ਟੂੰਬ ਜ਼ੇਵਰ ਨੂੰ ਆਉਂਦੇ ਨੇ, ਕੋਈ ਸੋਨੇ ਦਾ ਜ਼ੇਵਰ ਹੋਵੇ ਜਾਂ ਟੂੰਬ ਉਹਨੂੰ ਆਉਂਦੇ ਨੇ, ਕੋਈ ਟੂੰਬਾਂ ਸ਼ੂੰਬਾਂ ਲੈ ਲੈਣ। ਅਤੇ ਉਹ ਵੀ ਅਗਰ ਲੋਕਾਂ ਨੇ ਆਖਿਆ ਵੀ ਚਲੋ ਅਸੀਂ ਉੱਥੇ ਘੱਲ ਕੇ ਜੋੜਨ ਦੀ ਬਜਾਏ ਇੱਥੇ ਸਾਊਦੀ ਅਰਬ ਵੀ ਜੋੜ ਲੈਂਦੇ ਜਾਂ ਦੁਬਈ ਜੋੜ ਲੈਂਦੇ, ਅਤੇ ਇੰਨੇ ਦੇ ਵਿੱਚ ਹੀ ਚੌਰੀ ਦਾ ਕੜਾਕਾ ਨਿਕਲ ਜਾਣਾ। ਇਹ ਮੁਹੰਮਦ ਮਾਲਿਕ ਸਾਹਿਬ ਦਾ ਵੀ ਤਜਜ਼ੀਆ ਹੈ ਅਤੇ ਮੇਰਾ ਵੀ ਇਹੀ ਖਿਆਲ ਹੈ। ਇਹ ਹੁਣ ਤਵੱਜੋ ਤੁਸੀਂ ਦੇਣੀ ਹੈ ਅਤੇ ਇਹਦੇ ਉੱਤੇ ਪੂਰਾ ਫੋਕਸ ਤੁਸੀਂ ਰੱਖਣਾ ਵੀ ਇਹਨੂੰ ਤੁਸੀਂ ਕਰਨਾ ਕੀ ਹੈ। ਅੱਛਾ ਜੀ, ਅੱਗੋਂ ਫਿਰ ਅਜੇ ਤੱਕ ਉਹ ਰੌਲਾ ਪਿਆ ਜਿਹੜਾ ਨਿਕਲ ਨਹੀਂ ਰਿਹਾ, ਮਹਿਮੂਦ ਗਜ਼ਨਵੀ ਵਾਲਾ। ਗੁਜਰਾਂਵਾਲੇ 'ਚ ਵੀ ਉਹਦਾ ਹੋਇਆ ਸੀ, ਤੁਹਾਨੂੰ ਪਤਾ ਮੁਜ਼ਾਹਰਾ। ਉਹ ਖਵਾਜਾ ਆਸਿਫ ਸਾਹਿਬ ਨੇ ਕਿਹਾ ਸੀ ਵੀ ਉਹ ਚੋਰ ਹੈ। ਉੱਧਰੋਂ ਮੋਦੀ ਵੀ ਆਉਂਦਾ ਵੀ ਮਹਿਮੂਦ ਗਜ਼ਨਵੀ ਚੋਰ ਸੀ, ਇੱਧਰੋਂ ਖਵਾਜਾ ਆਸਿਫ ਸਾਹਿਬ ਆਉਂਦੇ ਨੇ, ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਆਉਂਦੇ ਨੇ ਵੀ ਅਸੀਂ ਤਾਂ ਯਾਰ ਮੁਸੀਬਤ 'ਚ ਪੈ ਗਏ, ਸਾਡੇ ਤਾਂ ਮਜ਼ਾਇਲਾਂ ਦੇ ਨਾਮ ਹੀ ਗਜ਼ਨਵੀ ਦੇ ਉੱਤੇ ਨੇ। ਫਿਰ ਉਹਨਾਂ ਕਿਹਾ ਵੀ ਅਲਾਮਾ ਇਕਬਾਲ ਨੇ ਉਹਨਾਂ ਨੂੰ ਹੀਰੋ ਕਰਾਰ ਦਿੱਤਾ ਸੀ, ਮਹਿਮੂਦ ਗਜ਼ਨਵੀ ਨੂੰ। ਅਤੇ ਉੱਥੇ ਅਫਗਾਨਿਸਤਾਨ ਜਿੱਥੇ ਉਹ ਦਫਨ ਨੇ, ਉਹਨਾਂ ਦੇ ਮਜ਼ਾਰ 'ਤੇ ਜਾ ਕੇ ਅਲਾਮਾ ਇਕਬਾਲ ਸਾਹਿਬ ਨੇ ਉਹਨਾਂ ਨੂੰ ਨਜ਼ਰਾਨਾ ਅਕੀਦਤ ਪੇਸ਼ ਕੀਤਾ ਸੀ। ਅਤੇ ਮਹਿਮੂਦ ਗਜ਼ਨਵੀ ਸਾਡਾ ਹੀਰੋ ਹੈ, ਉਹ ਸਾਡਾ ਚੋਰ ਨਹੀਂ ਹੈ। ਬਹਰਹਾਲ ਮੈਂ ਤੁਹਾਡੀ ਸਾਰਿਆਂ ਦੀ ਤਵੱਜੋ ਇਹ ਦਿਵਾਉਣੀ ਹੈ ਵੀ ਮਹਿਮੂਦ ਗਜ਼ਨਵੀ ਤੋਂ ਵੱਡਾ ਤੁਹਾਡਾ ਜਿਹੜਾ ਹੀਰੋ ਹੈ ਇਸ ਵੇਲੇ ਇਮਰਾਨ ਖਾਨ ਹੈ, ਉਹ ਜੇਲ੍ਹ 'ਚ ਬੰਦ ਹੈ। ਮਹਿਮੂਦ ਗਜ਼ਨਵੀ ਪਤਾ ਨਹੀਂ ਕਦੋਂ ਆਇਆ ਸੀ, ਕਦੋਂ ਗਿਆ ਸੀ। ਜਿਹੜਾ ਉਹਨੂੰ ਹੀਰੋ ਸਮਝਦਾ ਭਾਈ ਹੀਰੋ ਸਮਝੇ, 10 ਵਾਰੀ ਸਮਝੇ। ਜਿਹੜਾ ਉਹਨੂੰ ਚੋਰ ਸਮਝਦਾ ਚਲੋ ਉਹ ਆਪਣੇ ਦਿਲ 'ਚ ਚੋਰ ਸਮਝੇ। ਤੁਸੀਂ ਮਿਹਰਬਾਨੀ ਕਰਕੇ ਜਿਹੜਾ ਮੌਜੂਦਾ ਹੀਰੋ ਹੈ ਨਾ, ਉਹਦੇ ਵੱਲ ਤਵੱਜੋ ਦੇਵੋ, ਉਹਨੂੰ ਬਾਹਰ ਕੱਢਣ ਦੀ ਗੱਲ ਕਰੀਏ, ਉਹਦੇ ਹੱਕ ਅੰਦਰ ਗੱਲ ਕਰੀਏ। ਅਤੇ ਇਹ ਜਿਹੜੇ ਹੀਰੋ ਆ ਕੇ ਟੁਰ ਗਏ ਨੇ ਸਦੀਆਂ ਪੁਰਾਣੇ, ਉਹਨਾਂ ਦੇ ਕੰਮ ਵਾਲੇ ਪਾਸਿਓਂ ਜ਼ਰਾ ਥੋੜ੍ਹਾ ਜਿਹਾ ਤਵੱਜੋ ਹਟਾ ਕੇ ਮੌਜੂਦਾ ਵਕਤ 'ਤੇ ਆਈਏ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।